ਕਿਸਾਨ ਅੰਦੋਲਨ ਦੇ ਪਿੱਛੇ ਹੈ ਚੀਨ ਤੇ ਪਾਕਿਸਤਾਨ। ਬੀਜੇਪੀ ਦੇ ਕੇਂਦਰੀ ਮੰਤਰੀ ਦਾ ਬੇਤੁਕਾ ਬਿਆਨ, ਪਰ ਬਿਆਨ ਕਰ ਗਿਆ ਹੈ ਸ਼ਾਂਤਮਈ ਅੰਨਦਾਤੇ ਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਬਦਨਾਮ। ਜੀ ਹਾਂ, 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਇਹ ਦਾਅਵਾ ਕੇਂਦਰੀ ਮੰਤਰੀ ਰਾਓ ਸਾਹਿਬ ਦਾਨਵੇ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਜਲਾਣਾ ਜ਼ਿਲ੍ਹੇ ਦੇ ਬਦਨਾਪੁਰ ਤਾਲੁਕੇ ਤੋਲਕੇ ਟਕਲੀ ਵਿਖੇ ਇੱਕ ਸਿਹਤ ਕੇਂਦਰ ਦੇ ਉਦਘਾਟਨ ਸਮੇਂ ਕੀਤਾ ਹੈ। ਦਾਨਵੇ ਨੇ ਕਿਹਾ ਕਿ ਜੋ ਅੰਦੋਲਨ ਚੱਲ ਰਿਹਾ ਹੈ ਉਹ ਕਿਸਾਨਾਂ ਦਾ ਨਹੀਂ ਹੈ, ਇਸ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਇਸ ਦੇਸ਼ ਵਿੱਚ ਮੁਸਲਮਾਨਾਂ ਨੂੰ ਪਹਿਲਾਂ ਭੜਕਾਇਆ ਗਿਆ ਸੀ। ਉਹਨਾਂ ਨੂੰ ਕੀ ਕਿਹਾ ਗਿਆ? NRC ਆ ਰਹੀ ਹੈ, CAA ਆ ਰਹੀ ਹੈ ਅਤੇ ਮੁਸਲਮਾਨਾਂ ਨੂੰ 6 ਮਹੀਨਿਆਂ ਵਿੱਚ ਇਸ ਦੇਸ਼ ਨੂੰ ਛੱਡਣਾ ਪਵੇਗਾ। ਕੀ ਕਿਸੇ ਮੁਸਲਮਾਨ ਨੇ ਦੇਸ਼ ਛੱਡ ਦਿੱਤਾ? ਉਹਨਾਂ ਨੇ ਕਿਹਾ ਕਿ ਉਹ ਯਤਨ ਸਫਲ ਨਹੀਂ ਹੋਏ ਅਤੇ ਹੁਣ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਇਸ ਦਾ ਨੁਕਸਾਨ ਭੁਗਤਣਾ ਪਵੇਗਾ। ਇਹ ਦੂਜੇ ਦੇਸ਼ਾਂ ਦੀ ਸਾਜ਼ਿਸ਼ ਹੈ। ਹਾਲਾਂਕਿ ਮੰਤਰੀ ਨੇ ਸਪਸ਼ਟ ਨਹੀਂ ਕੀਤਾ ਕਿ ਕਿਸ ਆਧਾਰ ਤੇ ਉਸਨੇ ਦਾਅਵਾ ਕੀਤਾ ਹੈ। ਦੋਵੇਂ ਗੁਆਂਢੀ ਦੇਸ਼ ਕਿਸਾਨਾਂ ਦੇ ਵਿਰੋਧ ਵਿੱਚ ਪਿੱਛੇ ਹਨ। ਦਾਨਵੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਪ੍ਰਧਾਨ ਮੰਤਰੀ ਹਨ ਅਤੇ ਉਹਨਾਂ ਦਾ ਫੈਸਲਾ ਕਿਸਾਨਾਂ ਦੇ ਖਿਲਾਫ ਨਹੀਂ ਹੋਵੇਗਾ। ਉਹਨਾਂ ਦੋਸ਼ ਲਾਇਆ ਕਿ ਮੁਸਲਮਾਨਾਂ ਨੂੰ ਸ਼ੁਰੂਆਤ ਵਿੱਚ ਸੋਧੇ ਹੋਏ ਸਿਟੀਜ਼ਨਸ਼ਿਪ ਐਕਟ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਦੁਆਰਾ ਗੁੰਮਰਾਹ ਕੀਤਾ ਗਿਆ ਸੀ, ਪਰ ਇਹ ਯਤਨ ਸਫਲ ਨਹੀਂ ਹੋਏ। ਉਹਨਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਾਨੂੰਨ ਉਹਨਾਂ ਨੂੰ ਪਰੇਸ਼ਾਨ ਕਰਨ ਵਾਲੇ ਹਨ। ਅਸਲ ਵਿੱਚ ਕੇਂਦਰੀ ਮੰਤਰੀ ਰਾਓ ਸਾਹਿਬ ਦਾਨਵੇ ਦਾ ਦਾਅਵਾ ਹੈ ਕਿ ਖੇਤੀ ਕਾਨੂੰਨਾਂ 'ਚ ਬਦਲਾਅ ਦੀ ਮੰਗ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਪਿੱਛੇ ਪਾਕਿਸਤਾਨ ਅਤੇ ਚੀਨ ਦਾ ਹੱਥ ਹੈ। ਉਹਨਾਂ ਦਾ ਦਾਅਵਾ ਹੈ ਕਿ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ NRC ਲਈ ਵੀ ਭੜਕਾਇਆ ਗਿਆ ਸੀ। ਰਾਓ ਸਾਹਿਬ ਨੇ ਅੱਗੇ ਕਿਹਾ ਕਿ ਪਹਿਲਾਂ ਦੇਸ਼ ਨੂੰ ਮੁਸਲਮਾਨਾਂ ਨੇ ਭੜਕਾਇਆ ਸੀ। ਉਹਨਾਂ ਕਿਹਾ ਕਿ NRC ਆਵੇਗਾ, CAA ਆਏਗਾ, ਮੁਸਲਮਾਨਾਂ ਨੂੰ ਅਗਲੇ 6 ਮਹੀਨਿਆਂ ਦੇ ਅੰਦਰ ਦੇਸ਼ ਤੋਂ ਬਾਹਰ ਜਾਣਾ ਪਵੇਗਾ। ਉਸੇ ਤਰੀਕੇ ਹੀ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਹਾਲਾਂਕਿ ਪਹਿਲੀ ਵਾਰ ਨਹੀਂ ਹੈ, BJP ਆਗੂਆਂ ਵੱਲੋਂ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਲਗਾਤਾਰ ਸਾਹਮਣੇ ਆ ਰਹੇ ਹਨ। ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ, ਉਸ ਨੂੰ ਤੋੜਨ ਵਾਸਤੇ ਬਾਰ-ਬਾਰ ਕਦੀ ਉਸ ਨੂੰ ਖਾਲਿਸਤਾਨੀ ਚੋਲਾ ਬਣਾਇਆ ਗਿਆ, ਕਦੀ ਉਹਨੂੰ ਐਂਟੀ ਨੈਸ਼ਨਲ ਚੋਲਾ ਬਣਾਇਆ ਗਿਆ, ਔਰ ਹੁਣ ਕੇਂਦਰ ਦੇ ਇੱਕ ਵਜ਼ੀਰ ਰਾਓ ਸਾਹਿਬ ਦਾਨਵੇ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਦੇ ਪਿੱਛੇ ਚਾਈਨਾ ਤੇ ਪਾਕਿਸਤਾਨ। ਕਿੱਡੇ ਸ਼ਰਮ ਦੀ ਗੱਲ ਆ। ਅੰਨਦਾਤਾ ਨੂੰ ਦੇਸ਼ ਦੇ ਪ੍ਰਤੀ ਗਦਾਰ ਸਾਬਤ ਕਰਨ ਪਿੱਛੇ ਸਰਕਾਰ ਤਰਲੋ ਮੱਛੀ ਹੋ ਰਹੀ ਆ। ਸਰਕਾਰ ਆਪਣੀ ਪੂਰੀ ਜਾਨ ਲਗਾ ਰੱਖੀ ਆ ਵੀ ਕਿਸੇ ਤਰੀਕੇ ਜਿਹੜੇ ਕਿਸਾਨ ਸੜਕਾਂ ਤੇ ਬੈਠ ਕੇ ਅੰਦੋਲਨ ਕਰ ਰਹੇ ਨੇ, ਠੰਡ 'ਚ ਮਰ ਰਹੇ ਨੇ, ਜਿਹੜੇ ਸ਼ਾਂਤੀਪੂਰਵਕ ਦੇਸ਼ ਦੇ ਕੋਲ ਆਪਣੇ ਮੰਗਾਂ ਮਨਾਉਣ ਵਾਸਤੇ ਦੇਸ਼ ਦੀ ਸਰਕਾਰ ਕੋਲ ਬੈਠੇ ਨੇ, ਉਹਨਾਂ ਨੂੰ ਐਂਟੀ ਨੈਸ਼ਨਲ ਪ੍ਰੂਵ ਕਰੋ। ਔਰ ਹੁਣ ਜਿਸ ਕਿਸਾਨ ਦਾ ਬੇਟਾ ਬਾਰਡਰ ਤੇ ਸ਼ਹੀਦ ਹੋਵੇ, ਉਸ ਕਿਸਾਨ ਨੂੰ ਇਹ ਕਿਹਾ ਜਾਂਦਾ ਕਿ ਕਿਸਾਨ ਅੰਦੋਲਨ ਨਹੀਂ, ਇਹ ਚਾਈਨਾ ਔਰ ਪਾਕਿਸਤਾਨ ਦਾ ਅੰਦੋਲਨ ਹੈ। ਔਰ ਇਹ ਵੀ ਕੋਈ ਹੋਰ ਨਹੀਂ ਕਰ ਰਿਹਾ, ਕੇਂਦਰ ਦੇ ਵਜ਼ੀਰ ਕਹਿ ਰਹੇ ਆ। ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੜੇ ਸ਼ਬਦਾਂ 'ਚ ਇਸ ਦੀ ਨਿੰਦਾ ਵੀ ਕਰਦੀ ਆ ਔਰ ਇਹ ਕਹਿਣਾ ਵੀ ਚਾਹੁੰਦੀ ਆ ਕਿ ਜਿੰਨੀਆਂ ਮਰਜ਼ੀ ਕੁਝੀਆਂ ਕੋਸ਼ਿਸ਼ਾਂ ਕਰ ਲਓ, ਕਿਸਾਨ ਅੰਦੋਲਨ ਨੂੰ ਤੁਸੀਂ ਐਂਟੀ ਨੈਸ਼ਨਲ ਨਹੀਂ ਸਾਬਤ ਕਰ ਪਾਓਗੇ। ਤੁਸੀਂ ਅੱਗੇ ਕਈ ਅੰਦੋਲਨਾਂ ਨੂੰ ਐਂਟੀ ਨੈਸ਼ਨਲ ਸਾਬਤ ਕਰਕੇ ਰੱਦ ਕਰਾਇਆ ਹੈ, ਪਰ ਇਹ ਕਾਨੂੰਨ ਜਿਹੜਾ ਹੈ ਇਹ ਰੱਦ ਹੋਊਗਾ। ਇਹ ਕਿਸਾਨਾਂ ਦੇ ਹੱਕ ਅੰਦਰ ਹੋਊਗਾ ਔਰ ਕਿਸੇ ਵੀ ਸੂਰਤ ਅੰਦਰ ਸਰਕਾਰ ਲੱਖ ਕੋਸ਼ਿਸ਼ਾਂ ਕਰ ਲੇ, ਪਰ ਕਿਸਾਨ ਰਹੂਗਾ। ਐਂਟੀ ਨੈਸ਼ਨਲ ਤੁਸੀਂ ਸਾਬਤ ਨਹੀਂ ਕਰ ਸਕੋਗੇ। ਅਤੇ ਗੋਦੀ ਮੀਡੀਆ ਵੀ ਲਗਾਤਾਰ ਇਹ ਪ੍ਰਚਾਰ ਰਿਹਾ ਹੈ ਕਿ ਇਸ ਅੰਦੋਲਨ ਦੇ ਪਿੱਛੇ ਬਾਹਰੀ ਤਾਕਤਾਂ ਹਨ। ਕਦੇ ਇਸ ਅੰਦੋਲਨ ਨੂੰ ਖਾਲਿਸਤਾਨੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਇਸ ਪਿੱਛੇ ਪਾਕਿਸਤਾਨ ਅਤੇ ਚੀਨ ਦੇ ਦਾਅਵੇ ਹੋਣ ਲੱਗੇ ਹਨ। ਉਧਰ ਕਿਸਾਨ ਆਗੂਆਂ ਵੱਲੋਂ 3 ਖੇਤੀ ਕਾਨੂੰਨਾਂ ਲਈ ਅਪਣਾਏ ਗਏ ਸਖਤ ਰੁਖ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਦਿਨੋਂ ਦਿਨ ਵੱਧ ਰਹੀ ਲੋਕਾਂ ਦੀ ਭੀੜ ਕਾਰਨ ਕੇਂਦਰ ਦੀ ਮੋਦੀ ਸਰਕਾਰ ਲਈ ਇੱਕ ਵੱਡਾ ਸੰਕਟ ਸਾਹਮਣੇ ਹੈ। ਇਸ ਸੰਕਟ ਚੋਂ ਨਿਕਲਣ ਲਈ ਕੇਂਦਰ ਨੂੰ ਇਸ ਸਮੇਂ ਕੋਈ ਰਾਹ ਨਹੀਂ ਲੱਭ ਰਿਹਾ। ਉਹ ਕੁਝ ਸੋਧਾਂ ਕਰਕੇ ਮਾਮਲਾ ਨਿਬੇੜਨਾ ਚਾਹੁੰਦੀ ਹੈ, ਪਰ ਕਿਸਾਨ ਜਥੇਬੰਦੀਆਂ ਨੂੰ 3 ਕਾਨੂੰਨ ਪੂਰੀ ਤਰ੍ਹਾਂ ਰੱਦ ਕਰਨੇ ਹੀ ਮਨਜ਼ੂਰ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਅਤੇ ਉਸ ਤੋਂ ਬਾਅਦ ਸਰਹੱਦਾਂ ਤੋਂ ਉਠਾਉਣ ਲਈ ਹੁਣ ਤੱਕ ਦੇ ਸਾਰੇ ਯਤਨ ਨਾਕਾਮ ਰਹਿਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੀ ਏਕਤਾ ਤੋੜਨ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾਉਣਾ ਵੀ ਇਸੇ ਯੋਜਨਾ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਪਰ ਕਿਸਾਨ ਆਗੂਆਂ ਦੀ ਏਕਤਾ ਨੂੰ ਤੋੜਨ ਵਿੱਚ ਸ਼ਾਹ ਹਾਲੇ ਤੱਕ ਸਫਲ ਨਹੀਂ ਹੋ ਸਕੇ ਹਨ। ਕਿਸਾਨ ਅੰਦੋਲਨ ਨੂੰ ਹਿੰਸਕ ਬਣਾਉਣ ਜਾਂ ਕਿਸੇ ਤਰੀਕੇ ਨਾਲ ਸਰਹੱਦਾਂ ਤੇ ਗੜਬੜੀ ਫੈਲਾਉਣ ਦੇ ਮਨਸੂਬੇ ਵੀ ਸਿਰੇ ਨਹੀਂ ਚੜੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸਰਹੱਦਾਂ ਦੇ ਧਰਨਿਆਂ 'ਚ ਤੈਨਾਤ ਆਪਣੇ ਨੌਜਵਾਨਾਂ ਦੀਆਂ ਟੀਮਾਂ ਰਾਹੀਂ ਸਰਕਾਰੀ ਏਜੰਸੀਆਂ ਵੱਲੋਂ ਘੁਸਪੈਠ ਦੇ ਯਤਨ ਕਈ ਵਿਅਕਤੀ ਕਾਬੂ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਨੇ ਸਭ ਤੋਂ ਪਹਿਲਾਂ ਦਿੱਲੀ ਸਰਹੱਦ ਤੇ ਪਹੁੰਚਣ ਸਮੇਂ ਅਮਿਤ ਸ਼ਾਹ ਦੀ ਅੰਦੋਲਨਕਾਰੀਆਂ ਨੂੰ ਬੁਰਾੜੀ ਮੈਦਾਨ ਵਿੱਚ ਭੇਜ ਕੇ ਘੇਰੇ ਵਿੱਚ ਲੈ ਕੇ ਜੇਲ੍ਹ 'ਚ ਤਬਦੀਲ ਕਰਨ ਦੀ
ਸਤਰੰਜੀ ਚਾਲ ਨਾਕਾਮ ਕਰ ਦਿੱਤੀ ਸੀ। ਵਰਣਨਯੋਗ ਹੈ ਕਿ ਬੀਤੇ ਦਿਨ ਅਮਿਤ ਸ਼ਾਹ ਵੱਲੋਂ ਜਿਸ ਤਰੀਕੇ ਨਾਲ ਚੁੱਪਚਾਪ ਕੁਝ ਕਿਸਾਨ ਜਥੇਬੰਦੀਆਂ ਨੂੰ ਫੋਨ ਤੇ ਸੁਨੇਹੇ ਦੇ ਕੇ ਬੁਲਾਇਆ ਗਿਆ, ਉਸ ਦਾ ਮਕਸਦ ਚੁੱਪਚਾਪ ਹੀ ਮੀਟਿੰਗ ਕਰਕੇ ਹੋਰਨਾਂ ਜਥੇਬੰਦੀਆਂ ਵਿੱਚ ਇੱਕ ਦੂਜੇ ਪ੍ਰਤੀ ਭਰਮ ਭੁਲੇਖੇ ਪੈਦਾ ਕਰਨ ਦੀ ਹੀ ਸਾਜ਼ਿਸ਼ ਸੀ। ਇਸ ਮੀਟਿੰਗ ਦੇ ਗੁਪਤ ਨਾ ਰਹਿ ਸਕਣ ਕਾਰਨ ਕੇਂਦਰ ਦੇ ਇਰਾਦੇ ਸਫਲ ਨਹੀਂ ਹੋਏ। ਜ਼ਿਕਰ ਖਾਸ ਹੈ ਕਿ ਇਸ ਮੀਟਿੰਗ ਨੇ ਸਥਾਨ ਬਾਰੇ ਭੰਬਲ-ਭੂਸਾ ਰੱਖਣ ਤੇ ਮੀਡੀਆ ਨੂੰ ਵੀ ਜਾਣਕਾਰੀ ਨਾ ਦੇਣ ਨਾਲ ਵੀ ਕੇਂਦਰ ਦੇ ਮਨਸੂਬੇ ਸਾਫ਼ ਪਤਾ ਲੱਗਦੇ ਹਨ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੂੰ ਵੀ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਫੋਨ ਕਰਕੇ ਵੱਖਰੀ ਮੀਟਿੰਗ ਕਰਕੇ ਹੋਰ ਜਥੇਬੰਦੀਆਂ ਨਾਲ ਨਿਖੋੜਨ ਦੀ ਯੋਜਨਾ ਸਫਲ ਨਹੀਂ ਹੋ ਸਕੀ ਸੀ। ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਉਧਰ ਕੌਮੀ ਕਿਸਾਨ ਕਮੇਟੀ ਦੇ ਮੈਂਬਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਮੁੱਖ ਨੇਤਾ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਸਭ 32 ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਬਾਅਦ ਹੀ 13 ਆਗੂ ਰਾਤ ਨੂੰ ਅਮਿਤ ਸ਼ਾਹ ਨੂੰ ਮਿਲਣ ਗਏ ਸਨ। ਉਹਨਾਂ ਅਗਰਾਹਾਂ ਜਥੇਬੰਦੀ ਵੱਲੋਂ ਇਸ ਤਰ੍ਹਾਂ ਇਕੱਲਿਆਂ ਮੀਟਿੰਗ ਵਿੱਚ ਜਾਣ ਦੇ ਪ੍ਰਗਟਾਏ ਇਤਰਾਜ਼ ਬਾਰੇ ਕਿਹਾ ਕਿ ਇਸ ਬਾਰੇ 32 ਜਥੇਬੰਦੀਆਂ ਨੂੰ ਜਾਣਕਾਰੀ ਨਹੀਂ ਸੀ ਕਿ ਉਹਨਾਂ ਨੂੰ ਸੱਦਾ ਨਹੀਂ ਆਇਆ। ਇਸ ਬਾਰੇ ਸਾਨੂੰ ਗ੍ਰਹਿ ਮੰਤਰੀ ਨਾਲ ਗੱਲਬਾਤ ਲਈ ਪਹੁੰਚਣ ਸਮੇਂ ਉੱਥੇ ਹੀ ਪਤਾ ਲੱਗਿਆ। ਉਹਨਾਂ ਕਿਹਾ ਕਿ ਅਮਿਤ ਸ਼ਾਹ ਦੀ ਮੀਟਿੰਗ ਵਿੱਚ ਵੀ ਸਾਨੂੰ ਕੇਂਦਰ ਦੇ ਮਾਹਰਾਂ ਰਾਹੀਂ ਮੁੜ ਕਾਨੂੰਨਾਂ ਬਾਰੇ ਸਮਝਾਉਣ ਦਾ ਯਤਨ ਕੀਤਾ ਗਿਆ, ਪਰ ਅਸੀਂ ਆਪਣੇ ਸਟੈਂਡ ਤੇ ਕਾਇਮ ਰਹਿੰਦੇ ਹੋਏ ਦੋ ਟੁਕ ਕਹਿ ਦਿੱਤਾ ਕਿ ਖੇਤੀ ਕਾਨੂੰਨ ਰੱਦ ਕਰਨ ਬਾਰੇ ਹਾਂ ਜਾਂ ਨਾ ਵਿੱਚ ਜਵਾਬ ਦਿਓ। ਉਹਨਾਂ ਕਿਹਾ ਕਿ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਪੂਰੀ ਤਰ੍ਹਾਂ ਇਕਜੁੱਟ ਹਨ ਅਤੇ ਕਿਸਾਨਾਂ ਨੂੰ ਵੀ ਗਲਤ ਪ੍ਰਾਪੇਗੰਡੇ ਤੋਂ ਸੁਚੇਤ ਰਹਿ ਕੇ ਕਿਸੇ ਵੀ ਤਰ੍ਹਾਂ ਦੇ ਭਰਮ ਭੁਲੇਖਿਆਂ ਵਿੱਚ ਨਹੀਂ ਪੈਣਾ ਚਾਹੀਦਾ। ਉਧਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਿੱਦ ਛੱਡ ਕੇ ਕਿਸਾਨੀ ਵਿਰੋਧੀ ਕਾਨੂੰਨਾਂ ਰੱਦ ਕਰਨੇ ਚਾਹੀਦੇ ਹਨ। ਅਕਾਲ ਤਖਤ ਸਾਹਿਬ ਸਕੱਤਰਤ ਵਿਖੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਜਥੇਦਾਰ ਨੇ ਕਿਹਾ ਕਿ ਕਾਨੂੰਨ ਵਪਾਰੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਬਣਾਏ ਗਏ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨ ਧਿਰਾਂ ਖੇਤੀਬਾੜੀ ਮਾਹਰਾਂ ਨਾਲ ਵਿਚਾਰ ਵਿਮਰਸ਼ ਕਰਨਾ ਚਾਹੀਦਾ ਸੀ ਅਤੇ ਲੋਕ ਸਭਾ ਤੇ ਰਾਜ ਸਭਾ ਵਿੱਚ ਬਹਿਸ ਹੋਣੀ ਚਾਹੀਦੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨ ਕੇ ਅਤੇ ਖੇਤੀ ਨੂੰ ਬਚਾਉਣ ਲਈ ਤੁਰੰਤ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਾਬਤੇ ਵਿੱਚ ਰਹਿ ਕੇ ਸ਼ਾਂਤੀ ਨਾਲ ਸੰਘਰਸ਼ ਕਰਨ। ਦੂਜੇ ਪਾਸੇ ਅਦਾਕਾਰਾ ਕੰਗਣਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਤੇ ਕੀਤੇ ਜਾ ਰਹੇ ਟਵੀਟਸ ਦੀ ਵੀ ਜਥੇਦਾਰ ਨੇ ਨਿੰਦਾ ਕੀਤੀ ਹੈ। ਨਾਲ ਹੀ ਜਥੇਦਾਰ ਨੇ ਕਿਹਾ ਕਿ ਸਾਡੀ ਅਕਾਲ ਤਖਤ ਸਾਹਿਬ ਤੇ ਅਰਦਾਸ ਹੈ ਕਿ ਕਿਸਾਨ ਆਪਣੇ ਸੰਘਰਸ਼ ਵਿੱਚ ਜਲਦ ਜਿੱਤ ਹਾਸਲ ਕਰਨ ਅਤੇ ਆਪੋ ਆਪਣੇ ਘਰਾਂ ਨੂੰ ਪਰਤ ਆਉਣ। ਨੇ ਵਪਾਰੀ ਹਿੱਤ ਲਈ ਕਾਨੂੰਨ ਬਣਾਉਂਦੀਆਂ ਨੇ ਤੇ ਜੇ ਲੋਕਾਂ ਨੂੰ ਹੀ ਉਹ ਕਾਨੂੰਨ ਪ੍ਰਵਾਨ ਨਾ ਹੋਣ, ਵਪਾਰੀਆਂ ਨੂੰ ਕਾਨੂੰਨ ਪ੍ਰਵਾਨ ਨਾ ਹੋਣ, ਕਿਸਾਨਾਂ ਨੂੰ ਉਹ ਕਾਨੂੰਨ ਜਿਹੜੇ ਆਪਦੇ ਹਿੱਤ ਦੇ ਨਾ ਲੱਗਦੇ ਹੋਣ ਤਾਂ ਅਜਿਹੇ ਕਾਨੂੰਨ ਜਿਹੜੇ ਆ ਉਹ ਬਣਾਉਣੇ ਮੈਂ ਸਮਝਦਾ ਕਿ ਬਹੁਤ ਮੰਦਭਾਗੀ ਗੱਲ ਹੈ, ਨਹੀਂ ਬਣਾਉਣੇ ਚਾਹੀਦੇ। ਇਹਨਾਂ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਕਿਸਾਨ ਧਿਰਾਂ ਦੇ ਨਾਲ, ਖੇਤੀਬਾੜੀ ਮਾਹਰਾਂ ਦੇ ਨਾਲ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਸੀ। ਬਾਕਾਇਦਾ ਹੀ ਭਾਰਤ ਦੇ ਜਿਹੜੇ ਵੱਡੇ ਦੋ ਸਦਨ ਹੈ, ਲੋਕ ਸਭਾ, ਰਾਜ ਸਭਾ, ਇਹਦੇ ਵਿੱਚ ਇਹਨਾਂ ਕਾਨੂੰਨਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਸੀ। ਪਰ ਕਰੋਨਾ ਦੀ ਆੜ ਦੇ ਵਿੱਚ ਚੁੱਪ ਚਪੀਤੇ ਇਹਨਾਂ ਆਰਡੀਨੈਂਸਾਂ ਨੂੰ ਪਾਸ ਕਰਨਾ ਕਿਤੇ ਨਾ ਕਿਤੇ ਸਰਕਾਰ ਦੀ ਨੀਅਤ ਦੇ ਉੱਤੇ ਸ਼ੱਕ ਪੈਦਾ ਕਰਦਾ ਹੈ ਕਿ ਇਹ ਕਾਨੂੰਨ ਕਿਸਾਨ ਹਿੱਤ ਦੇ ਨਾ ਹੋ ਕੇ ਕਾਰਪੋਰੇਟ ਅਦਾਰਿਆਂ ਦੇ ਹਿੱਤ ਦੇ ਜਿਹੜੇ ਹੈ ਉਹ ਵਧੇਰੇ ਨੇ। ਤਾਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾਂ ਦੇਰੀ ਕੀਤਿਆਂ ਕਿਸਾਨਾਂ ਦੇ ਮਨ ਦੀ ਬਾਤ ਨੂੰ ਸਮਝਦੇ ਆ ਇਹ ਤਿੰਨੇ ਆਰਡੀਨੈਂਸ ਜਿਹੜੇ ਆ ਉਹ ਰੱਦ ਕਰਨੇ ਚਾਹੀਦੇ ਆ, ਕਿਉਂਕਿ ਇਸ ਵਕਤ ਜਦੋਂ ਦੁਨੀਆ ਦੇ ਵਿੱਚ ਇਕਨੋਮੀ ਜਿਹੜੀ ਹੈ ਉਹ ਖਤਮ ਹੋਣ ਕੰਢੇ ਪੁੱਜ ਗਈ ਹੈ ਤਾਂ ਖੇਤੀਬਾੜੀ ਹੀ ਇੱਕ ਐਸਾ ਪੇਸ਼ਾ ਹੈ, ਐਸਾ ਕੰਮ ਹੈ ਜਿਸ ਨੇ ਸਾਡੇ ਮੁਲਕ ਦੀ ਆਰਥਿਕਤਾ ਨੂੰ ਬਚਾਇਆ ਹੋਇਆ ਹੈ। ਜੇ ਖੇਤੀਬਾੜੀ ਜਿਹੜੀ ਹੈ ਕਰੋਨਾ ਕਾਲ ਦੇ ਦੌਰਾਨ ਮਜ਼ਬੂਤ ਨਾ ਹੁੰਦੀ, ਉਤਪਾਦਨ ਖੇਤੀ ਦਾ ਜਿਹੜਾ ਹੈ ਉਹ ਨਾ ਹੁੰਦਾ ਤੇ ਸ਼ਾਇਦ ਮੁਲਕ ਦੇ ਹਾਲਾਤ ਜਿਹੜੇ ਹੈ ਉਹ ਅੱਜ ਨਾਲੋਂ ਵੀ ਬਹੁਤ ਜ਼ਿਆਦਾ ਖਰਾਬ ਹੋਣੇ ਸੀ। ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਨੂੰ ਬਚਾਉਣ ਵਾਸਤੇ ਕਿਸਾਨਾਂ ਦੀ ਉਹ ਮਦਦ ਕਰੇ, ਨਾ ਕਿ ਇਹੋ ਜਿਹੇ ਕਾਲੇ ਕਾਨੂੰਨ ਬਣਾ ਕੇ ਕਿਸਾਨੀ ਹਿੱਤਾਂ ਦਾ ਜਿਹੜਾ ਹੈ ਉਹ ਘਾਣ ਕਰਨ ਵਾਲੇ ਪਾਸੇ ਤੁਰੇ। ਜਲਦੀ ਤੋਂ ਜਲਦੀ ਜਿਹੜੇ ਇਹ ਕਾਨੂੰਨ ਆ ਜਿਹੜੇ ਇਹ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਹੈ। ਅਤੇ ਕਿਸਾਨੀ ਧਿਰਾਂ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ, ਮੈਂ ਉਹਨਾਂ ਨੂੰ ਵੀ ਇਹੋ ਹੀ ਕਹਿਣਾ ਚਾਹੁੰਦਾ ਕਿ ਇਹ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਹੈ। ਇਸ ਸੰਘਰਸ਼ ਦੇ ਵਿੱਚ ਜ਼ਾਬਤੇ ਦੇ ਵਿੱਚ ਰਹਿਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੁੰਦਾ ਹੈ। ਸ਼ਾਂਤੀ ਬਣਾਈ ਰੱਖਣਾ ਜਿਹੜਾ ਇਹ ਵੀ ਬਹੁਤ ਜ਼ਰੂਰੀ ਹੁੰਦਾ ਹੈ।
ਜਿਹੜੇ ਸੰਘਰਸ਼ ਜ਼ਾਬਤੇ ਦੇ ਨਾਲ ਲੜੇ ਜਾਂਦੇ ਆ, ਸ਼ਾਂਤਮਈ ਤਰੀਕਿਆਂ ਦੇ ਨਾਲ ਲੜੇ ਜਾਂਦੇ ਆ, ਉਹਨਾਂ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਜਿਹੜੀ ਹੈ ਉਹ ਜਿੱਤ ਪ੍ਰਾਪਤ ਹੁੰਦੀ ਹੈ। ਤੇ ਇਸ ਕਰਕੇ ਮੈਂ ਸਾਰੀਆਂ ਕਿਸਾਨੀ ਧਿਰਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਆਪਾਂ ਜ਼ਾਬਤੇ 'ਚ ਰਹਿ ਕੇ ਸ਼ਾਂਤੀ ਦੇ ਨਾਲ ਇਸ ਸੰਘਰਸ਼ ਦਾ ਜਿਹੜਾ ਹੈ ਉਹ ਹਿੱਸਾ ਬਣਨਾ ਹੈ। ਸੰਘਰਸ਼ ਦੇ ਵਿੱਚ ਜਿਹੜਾ ਹੈ ਆਪਾਂ ਨੇ ਸ਼ਮੂਲੀਅਤ ਕਰਨੀ ਹੈ। ਕਿਸਾਨੀ ਧਿਰਾਂ ਤੋਂ ਇਲਾਵਾ ਬਾਕੀ ਵੀ ਜਿਹੜੀਆਂ ਸਾਡੀਆਂ ਭਾਰਤ ਦੀਆਂ ਧਿਰਾਂ ਨੇ, ਵਪਾਰੀ ਧਿਰ ਹੈ ਜਾਂ ਛੋਟਾ ਵਪਾਰੀ ਜਿਹੜਾ ਸਾਡਾ, ਜਾਂ ਮਜ਼ਦੂਰ ਧਿਰ ਹੈ, ਇਹ ਸਾਰੇ ਭਾਈਚਾਰੇ ਜਿਹੜੇ ਨੇ, ਦੱਬੇ ਕੁਚਲੇ ਸਮਾਜ ਜਿਹੜੇ ਨੇ ਭਾਰਤ ਦੇ, ਉਹਨਾਂ ਨੂੰ ਵੀ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ, ਤਾਂ ਕਿ ਕਿਸਾਨੀ ਨੂੰ ਜਿਹੜਾ ਹੈ ਉਹ ਮੁਲਕ ਦੀ ਨੂੰ ਬਚਾਇਆ ਜਾ ਸਕੇ। ਜੇ ਕਿਸਾਨੀ ਬਚੇਗੀ ਤਾਂ ਫਿਰ ਅਨਾਜ ਜਿਹੜਾ ਹੈ ਉਹ ਭਰਪੂਰ ਜਿਹੜਾ ਹੈ ਲੋੜਯੋਗ ਇਹ ਸਾਡੇ ਲੋਕ ਜਿਹੜੇ ਆਮ ਨੇ ਉਹ ਖਾ ਸਕਦੇ ਨੇ। ਤੇ ਜੇ ਕਿਸਾਨੀ ਕਮਜ਼ੋਰ ਹੋ ਗਈ, ਖੇਤੀ ਕਮਜ਼ੋਰ ਹੋ ਗਈ, ਖੇਤੀ ਜਿਹੜੀ ਹੈ ਇਹਦਾ ਨੁਕਸਾਨ ਹੋ ਗਿਆ, ਤੇ ਅਨਾਜ ਦੀਆਂ ਕੀਮਤਾਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਜਾਣਗੀਆਂ। ਇੰਨੀਆਂ ਜ਼ਿਆਦਾ ਅਨਾਜ ਦੀਆਂ ਕੀਮਤਾਂ ਵੱਧ ਜਾਣਗੀਆਂ ਕਿ ਆਮ ਲੋਕਾਂ ਵਾਸਤੇ ਅਨਾਜ ਖਰੀਦਣਾ ਜਿਹੜਾ ਹੈ ਬਹੁਤ ਔਖਾ ਹੋ ਜਾਏਗਾ। ਇਸ ਕਰਕੇ ਖੇਤੀਬਾੜੀ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ, ਇਹ ਸਾਰੇ ਹੀ ਭਾਰਤ ਦੇ ਲੋਕਾਂ ਦਾ ਜਿਹੜਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਤੇ ਜਿਹੜੀਆਂ ਧਿਰਾਂ ਜਿਹੜੀਆਂ ਕਿਸਾਨੀ ਸੰਘਰਸ਼ ਦੇ ਵਿੱਚ ਸਾਥ ਦੇ ਰਹੀਆਂ ਨੇ, ਮੈਂ ਉਹਨਾਂ ਸਾਰੀਆਂ ਧਿਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਮੀਡੀਆ ਦਾ ਇੱਕ ਵੱਡਾ ਹਿੱਸਾ ਇਸ ਕਿਸਾਨੀ ਸੰਘਰਸ਼ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਦਾ। ਬਿਲਕੁਲ, ਭਾਰਤ ਦਾ ਜਿਹੜਾ ਵੱਡਾ ਮੀਡੀਆ ਦਾ ਕੁਝ ਹਿੱਸਾ, ਮੈਂ ਸਾਰਾ ਨਹੀਂ ਲੇਕਿਨ ਕੁਝ ਹਿੱਸਾ ਜਿਹੜਾ ਹੈ ਇਹ ਇਉਂ ਲੱਗਦਾ ਜਿਵੇਂ ਸਰਕਾਰ ਦੀ ਬੋਲੀ ਬੋਲ ਰਿਹਾ ਹੋਵੇ। ਖਾਲਿਸਤਾਨੀ ਕਹਿ ਕੇ ਇਸ ਸੰਘਰਸ਼ ਨੂੰ ਤਾਰੋ ਪੀਰ ਕਰਨਾ, ਇਹ ਇੱਕ ਮੈਂ ਸਮਝਦਾ ਕੁਝ ਹੀ ਸਾਜ਼ਿਸ਼ ਹੈ। ਇਹ ਖਾਲਿਸਤਾਨ ਦਾ ਇਸ ਕਿਸਾਨੀ ਸੰਘਰਸ਼ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਤਾਲੁਕਾਤ ਨਹੀਂ ਹੈ। ਇਹ ਕਿਸਾਨਾਂ ਦਾ ਸੰਘਰਸ਼ ਹੈ ਔਰ ਸਮੁੱਚੇ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਹੈ। ਜ਼ਿਆਦਾਤਰ ਜੇ ਐਮਐਸਪੀ ਦੀ ਗੱਲ ਕੀਤੀ ਹੈ, ਸਿਰਫ ਪੰਜਾਬ ਹਰਿਆਣੇ 'ਚ ਐਮਐਸਪੀ ਪਹਿਲਾਂ ਮਿਲ ਰਹੀ ਸੀ। ਇਹ ਲੱਗਦਾ ਕਿ ਫਿਰ ਤੋਂ ਪੰਜਾਬ ਨਾਲ ਹੀ ਧੱਕਾ ਕੀਤਾ ਜਾ ਰਿਹਾ, ਪੰਜਾਬ ਦੀ ਅਣਦੇਖੀ ਕੀਤੀ ਜਾ ਰਹੀ। ਦੇਖੋ, ਹਿੰਦੁਸਤਾਨ ਦੇ ਵਿੱਚ ਮੰਡੀ ਸਿਸਟਮ ਜਿਹੜਾ ਉਹ ਪੰਜਾਬ ਤੇ ਹਰਿਆਣੇ ਦੇ ਵਿੱਚ ਮਜ਼ਬੂਤ ਹੈ। ਬਾਕੀ ਭਾਰਤ ਦੇ ਵਿੱਚ ਉੱਥੋਂ ਦੀਆਂ ਜਿਹੜੀਆਂ ਬਾਕੀ ਸਟੇਟਾਂ ਨੇ, ਉਹਨਾਂ ਸਟੇਟਾਂ ਨੇ ਮੰਡੀ ਨੂੰ ਆਪਣੀ ਨੂੰ ਮਜ਼ਬੂਤ ਨਹੀਂ ਕੀਤਾ। ਜੇ ਪੰਜਾਬ ਤੇ ਹਰਿਆਣੇ ਵਾਂਗ ਦੂਜੀਆਂ ਸਟੇਟਾਂ ਦੇ ਵਿੱਚ ਵੀ ਮੰਡੀ ਮਜ਼ਬੂਤ ਹੁੰਦੀ ਤੇ ਉੱਥੇ ਵੀ ਜਿਹੜਾ ਹੈ ਕਿਸਾਨ ਜਿਹੜੇ ਆ ਐਮਐਸਪੀ ਦਾ ਭਰਪੂਰ ਲਾਭ ਉਠਾ ਸਕਦੇ ਸੀ। ਤੇ ਕਿਸਾਨ ਜਿਹੜੇ ਪੰਜਾਬ ਤੇ ਹਰਿਆਣਾ ਦੇ ਐਮਐਸਪੀ ਦਾ ਭਰਪੂਰ ਲਾਭ ਉਠਾਉਂਦੇ ਆ, ਤੇ ਇਸ ਲਈ ਜਿਹੜਾ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਜਿਹੜਾ ਹੈ ਉਹ ਜ਼ਿਆਦਾ ਡੂੰਘੀ ਮਾਰ ਵੱਜਣੀ ਹੈ। ਪੂਰੀ ਦੁਨੀਆ ਤੋਂ ਸਮਰਥਨ ਮਿਲ ਰਿਹਾ, ਪਰ ਸਰਕਾਰ ਇੰਝ ਲੱਗ ਰਹੀ ਜਿਵੇਂ ਅੜੀ ਤੇ ਆ ਗਈ ਹੋਵੇ। ਸਰਕਾਰ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ, ਕਿਉਂਕਿ ਸਰਕਾਰਾਂ ਜਿਹੜੀਆਂ ਉਹ ਲੋਕਾਂ ਵਾਸਤੇ ਹੁੰਦੀਆਂ, ਤੇ ਜੇ ਲੋਕ ਦੇ ਵਿੱਚ ਰੋਹ ਹੈ ਇਸ ਕਾਲੇ ਕਾਨੂੰਨਾਂ ਨੂੰ ਲੈ ਕੇ, ਤੇ ਸਰਕਾਰਾਂ ਨੂੰ ਜਿਹੜਾ ਲੋਕ ਰੋਹ ਨੂੰ ਭਾਪਦਿਆਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।